ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਇਸ ਦਾ ਘਰ ਨਗਰ ਤੋਂ ਬਾਹਰ ਸੀ, ਖੇਤਾਂ ਦੇ ਵਿੱਚ, ਖੇਤਾਂ ਵਾਲੇ ਪਾਸੇ। ਇਸ ਦਾ ਮਕਾਨ ਕੱਚਾ ਸੀ। ਇਸ ਦੇ ਸਿਰ ਤੇ ਪੱਕੀ ਛੱਤ ਨਹੀਂ ਸੀ, ਕੱਚੀ ਛੱਤ ਸੀ। ਸਿਰਕੀ ਕਾਨਿਆਂ ਦੀ ਬਣੀ ਹੋਈ ਸੀ। ਉੱਪਰੋਂ ਮਿੱਟੀ ਦੇ ਨਾਲ ਇਹ ਲੇਪ ਦੇ ਲੈਂਦਾ ਸੀ। ਇਹ ਇਕੱਲਾ ਸੀ, ਗਰੀਬ ਹੋਣ ਕਰਕੇ ਇਸ ਦਾ ਵਿਆਹ ਨਹੀਂ ਸੀ ਹੋਇਆ। ਮਾਂ ਪਿਓ ਚੱਲ ਵਸੇ ਸਨ। ਇਸ ਤੇ ਗਰੀਬ ਹੋਣ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਇਹਦੇ ਮਾਂ ਪਿਓ ਲੰਮਾ ਸਮਾਂ ਬਿਮਾਰੀ ਦੇ ਨਾਲ ਜੂਝ ਕੇ ਮਰੇ ਸਨ। ਜਿੰਨੀ ਵੀ ਜ਼ਮੀਨ ਜਾਇਦਾਦ ਸੀ ਸਾਰੀ ਵੇਚ ਵੱਟ ਕੇ ਉਹਨਾਂ ਦੇ ਉੱਪਰ ਲਾ ਦਿੱਤੀ ਸੀ। ਹੁਣ ਇਹਦੇ ਕੋਲ ਸਿਰਫ ਇੱਕੋ ਖੇਤ ਸੀ। ਹੁਣ ਇੱਕ ਖੇਤ ਦੇ ਵਿੱਚੋਂ ਜਿੰਨਾ ਕੁ ਕੁਛ ਉੱਗਦਾ ਉਹਨੂੰ ਵੇਚ ਕੇ ਇਹ ਆਪਣੇ ਸਾਲ ਦਾ ਰਾਸ਼ਨ ਪਾਣੀ ਲੈ ਆਇਆ ਕਰਦਾ। ਇੰਨੇ ਨਾਲ ਇਸ ਦੀ ਪੂਰੀ ਨਹੀਂ ਸੀ ਪੈਂਦੀ। ਇਸ ਨੂੰ ਖੇਤਾਂ ਦੇ ਵਿੱਚ ਜਾ ਕੇ ਦੂਜੇ ਲੋਕਾਂ ਦੀ ਮਦਦ ਕਰਨੀ ਪੈਂਦੀ ਸੀ। ਕਈ ਵਾਰੀ ਸ਼ਹਿਰ ਦੇ ਵਿੱਚ, ਬਾਜ਼ਾਰ ਦੇ ਵਿੱਚ ਜਾ ਕੇ ਵੀ ਕੰਮ ਕਰਨਾ ਪੈਂਦਾ ਸੀ। ਫਿਰ ਜਾ ਕੇ ਇਹਦਾ ਅੰਨ ਪਾਣੀ ਪੂਰਾ ਹੁੰਦਾ ਸੀ। ਹੁਣ ਇੱਕ ਦਿਨ ਮੌਸਮ ਬਹੁਤ ਖਰਾਬ ਹੋ ਗਿਆ। ਖਰਾਬ ਮੌਸਮ ਦਾ ਇਹਦੇ ਮਨ ਵਿੱਚ ਸਹਿਮ ਸੀ, ਵਹਿਮ ਸੀ, ਡਰ ਸੀ। ਜਦੋਂ ਵੀ ਮੌਸਮ ਖਰਾਬ ਹੁੰਦਾ ਇਹ ਚਿੰਤਾ ਕਰਨ ਲੱਗ ਜਾਂਦਾ। ਹਮੇਸ਼ਾ ਇਹਨੂੰ ਇੱਕ ਡਰ ਸਤਾਉਂਦਾ ਰਹਿੰਦਾ ਕਿ ਜਦੋਂ ਬਾਰਿਸ਼ ਆ ਗਈ, ਭਿਅੰਕਰ ਮੀਂਹ ਆ ਗਿਆ ਤਾਂ ਮੇਰਾ ਘਰ ਚੋਣ ਲੱਗ ਪਵੇਗਾ। ਜਿਵੇਂ ਜਿਵੇਂ ਮੌਸਮ ਮਾੜਾ ਹੁੰਦਾ, ਖਰਾਬ ਹੁੰਦਾ, ਬੱਦਲ ਬਣਦੇ, ਬੱਦਲ ਗਹਿਰੇ ਹੁੰਦੇ, ਕਾਲੇ ਹੁੰਦੇ ਜਾਂਦੇ, ਉਵੇਂ ਉਵੇਂ ਇਹਦੇ ਮਨ ਦਾ ਡਰ ਜ਼ਿਆਦਾ ਹੁੰਦਾ ਜਾਂਦਾ। ਇਸ ਨੇ ਆਪਣੀ ਹੋਰ ਕਮਾਈ ਦੇ ਲਈ ਇੱਕ ਕਾਰੋਬਾਰ ਹੋਰ ਸ਼ੁਰੂ ਕੀਤਾ ਸੀ। ਉਹ ਇਹ ਸੀ ਕਿ ਇਸ ਨੇ 4 ਗਧੇ ਪਾਲੇ ਹੋਏ ਸਨ। ਲੋਕਾਂ ਨੂੰ ਇਹ ਗਧਾ ਕਿਰਾਏ ਤੇ ਦੇ ਦਿੰਦਾ ਸੀ ਜਿਸ ਨੂੰ ਢੋਆ ਢੁਆਈ ਦੇ ਲਈ ਚਾਹੀਦਾ ਸੀ। ਜਿਸ ਕਿਸੇ ਦਿਨ ਇਸ ਨੇ ਖੇਤ ਵਿੱਚ ਕੰਮ ਨਾ ਕਰਨਾ ਹੁੰਦਾ ਤਾਂ ਇਹ ਵੀ ਗਧੇ ਦੇ ਉੱਤੇ ਸਮਾਨ ਲੱਦ ਕੇ ਕਿਸੇ ਨਾ ਕਿਸੇ ਸੇਠ ਦਾ ਬਾਜ਼ਾਰ ਲੈ ਜਾਇਆ ਕਰਦਾ। ਇਸ ਕਰਕੇ ਇਸ ਨੇ ਆਪਣੇ ਕਮਰੇ ਦੇ ਪਿਛਲੇ ਪਾਸੇ ਇੱਕ ਕਮਰਾ ਬਣਾਇਆ ਹੋਇਆ ਸੀ। ਉਹਦੇ ਵਿੱਚ ਇਸ ਨੇ 4 ਗਧੇ ਰੱਖੇ ਹੋਏ ਸਨ। ਫਿਰ ਉਹੀ ਹੋਇਆ ਜਿਸ ਦਾ ਇਸ ਨੂੰ ਡਰ ਸੀ। ਅਚਾਨਕ ਇੱਕ ਕਾਲੀ ਘਟਾ ਚੜ੍ਹ ਕੇ ਆਈ। ਬਹੁਤ ਤੇਜ਼ ਮੀਂਹ ਪੈਣ ਲੱਗਿਆ। ਜਿਵੇਂ ਜਿਵੇਂ ਮੀਂਹ ਵਰਸਣ ਲੱਗਿਆ ਉਵੇਂ ਉਵੇਂ ਇਸ ਗਰੀਬ ਕਿਸਾਨ ਦੀਆਂ ਚਿੰਤਾਵਾਂ ਵੱਧਦੀਆਂ ਗਈਆਂ। ਇਹ ਬੈਠ ਕੇ ਇੱਕ ਕੋਨੇ ਤੇ ਉੱਚੀ ਉੱਚੀ ਬੋਲਣ ਲੱਗ ਗਿਆ, ਬੜਬੜਾਉਣ ਲੱਗ ਪਿਆ ਕਿ ਹੁਣ ਵੀ ਚੂਹਾ ਪੈ ਜਾਣਾ, ਹੁਣ ਪੈ ਜਾਣਾ, ਮੇਰਾ ਘਰ ਸਾਰਾ ਟਪਕਣ ਲੱਗੇਗਾ, ਮੇਰਾ ਪਤਾ ਨਹੀਂ ਕੀ ਬਣਨਾ, ਖੌਰੇ ਕੀ ਬਣਨਾ। ਉੱਚੀ ਉੱਚੀ ਬੋਲਦਾ। ਜਦੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਲੱਗੀ, ਸ਼ਾਮ ਤੋਂ ਲੈ ਕੇ ਰਾਤ ਹੋਣ ਲੱਗ ਗਈ, ਹੁਣ ਇਸਨੇ ਸਾਰਾ ਕੁਝ ਤਿਆਗ ਦਿੱਤਾ। ਕਿਸੇ ਵੀ ਹੋਰ ਕੰਮ ਵੱਲ ਇਸ ਦਾ ਧਿਆਨ ਨਹੀਂ ਸੀ ਜਾ ਰਿਹਾ। ਇੱਕੋ ਗੱਲ ਦਾ ਵਿਰਾਗ ਲੈ ਕੇ ਬੈਠਾ ਸੀ। ਇੱਥੋਂ ਤੱਕ ਕਿ ਇਹ ਵੀ ਭੁੱਲ ਗਿਆ ਸੀ ਕਿ ਮੈਨੂੰ ਭੁੱਖ ਲੱਗੀ ਹੋਈ ਹੈ। ਇਹ ਭੁੱਲ ਚੁੱਕਿਆ ਸੀ ਕਿ ਮੈਂ ਰੋਟੀ ਬਣਾ ਕੇ ਖਾਣੀ ਹੈ। ਬਸ ਇੱਕੋ ਗੱਲ ਦੀ ਰੱਟ ਵਾਰੀ ਲਗਾ ਰਿਹਾ ਸੀ। ਇੰਨੇ ਨੂੰ ਕੀ ਹੋਇਆ ਕਿ ਬਾਹਰ ਇੱਕ ਭਿੱਜਦਾ ਹੋਇਆ ਸ਼ੇਰ ਇਹਦੇ ਪਿਛਲੇ ਪਾਸੇ ਜਿੱਥੇ ਗਧੇ ਇਸਨੇ ਰੱਖੇ ਹੋਏ ਸੀ ਰਾਤ ਦੇ ਵੇਲੇ ਉੱਥੇ ਆਣ ਵੜਿਆ। ਹੁਣ ਸ਼ੇਰ ਵੀ ਭਿੱਜ ਰਿਹਾ ਸੀ। ਬਹੁਤ ਤੂਫਾਨ ਨੂਮਾ ਬਾਹਰ ਬਾਰਿਸ਼ ਪੈ ਰਹੀ ਸੀ। ਉਸ ਕਰਕੇ ਉਸਨੇ ਸੋਚਿਆ ਕਿ ਇਸ ਤੋਂ ਵਧੀਆ ਸੁਰੱਖਿਅਤ ਟਿਕਾਣਾ ਹੋਰ ਕੋਈ ਨਹੀਂ ਹੋ ਸਕਦਾ। ਰਾਤ ਦਾ ਹਨੇਰਾ ਹੋਣ ਕਰਕੇ ਉਸਨੂੰ ਉਹ ਗਧੇ ਵੀ ਨਹੀਂ ਸਨ ਦਿਸੇ। ਜੇ ਉਸਨੂੰ ਦਿਸੇ ਹੁੰਦੇ ਤੇ ਉਹਨਾਂ ਨੂੰ ਆਪਣਾ ਭੋਜਨ ਬਣਾ ਲੈਂਦਾ। ਹੁਣ ਜਦੋਂ ਉਹ ਦੂਜੇ ਕਮਰੇ ਦੇ ਵਿੱਚ ਬੈਠਾ ਤੇ ਉਸਨੂੰ ਆਵਾਜ਼ਾਂ ਸੁਣੀਆਂ ਕਿ ਕੋਈ ਮਨੁੱਖ ਦੂਜੇ ਪਾਸੇ ਬੜਬੜਾ ਰਿਹਾ ਹੈ। ਉਸਨੇ ਸੋਚਿਆ ਕਿ ਚਲੋ ਆਹ ਤਾਂ ਵਧੀਆ ਹੋ ਗਿਆ, ਨਾਲੇ ਤਾਂ ਮੈਨੂੰ ਸਿਰ ਢੱਕਣ ਨੂੰ ਛੱਤ ਮਿਲ ਗਈ ਤੇ ਨਾਲੇ ਮੈਂ ਆਪਣਾ ਭੋਜਨ ਇੱਥੋਂ ਕਰਕੇ ਜਾਵਾਂਗਾ। ਪਰ ਉਹ ਕੀ ਸੁਣਦਾ ਜਦੋਂ ਉਹ ਬੜੇ ਧਿਆਨ ਨਾਲ ਸੁਣਨ ਲੱਗਦਾ। ਉਹਦੇ ਕੰਨਾਂ ਦੇ ਵਿੱਚ ਉਹਦੇ ਬੋਲ ਪੈਂਦੇ ਆ। ਉਹ ਕਹਿ ਰਿਹਾ ਹੁੰਦਾ ਕਿ ਨਾ ਮੈਂ ਕਦੀ ਕਿਸੇ ਸ਼ੇਰ ਤੋਂ ਡਰਾਂ, ਨਾ ਮੈਨੂੰ ਕਿਸੇ ਚੀਤੇ ਦਾ ਡਰ, ਮੈਂ ਕਿਸੇ ਹੋਰ ਸ਼ੈ ਤੋਂ ਨਹੀਂ ਡਰਦਾ ਜਿੰਨਾ ਡਰ ਮੈਨੂੰ ਇਸ ਚੂਹੇ ਦਾ। ਮੈਂ ਕਿਸੇ ਵੀ ਚੀਜ਼ ਤੋਂ ਨਹੀਂ ਡਰਦਾ, ਮੈਂ ਡਰਦਾ ਤਾਂ ਸਿਰਫ ਇਸ ਟਪਕੇ ਤੋਂ ਡਰਦਾ ਹਾਂ, ਇਸ ਚੂਹੇ ਤੋਂ ਡਰਦਾ ਹਾਂ। ਸ਼ੇਰ ਬੜਾ ਹੈਰਾਨ ਹੋ ਜਾਂਦਾ ਕਿ ਇਹ ਕਿਹੜੀ ਬਲਾ ਦਾ ਨਾਮ ਹੋਇਆ। ਨਾ ਇਹ ਮੇਰੇ ਤੋਂ ਡਰੇ, ਨਾ ਇਹ ਚੀਤੇ ਤੋਂ ਡਰੇ। ਮੈਨੂੰ ਲੱਗਦਾ ਕਿ ਕਿਸੇ ਬੜੀ ਵੱਡੀ ਬਲਾ ਦਾ ਨਾਮ ਚੂਹਾ ਹੋਵੇਗਾ। ਚੂਹਾ ਨੇ ਇਹਦਾ ਨੁਕਸਾਨ ਤਾਂ ਕਰਨਾ ਹੀ ਕਰਨਾ ਹੈ। ਕਿਤੇ ਇਹ ਨਾ ਹੋਵੇ ਕਿ ਮੈਨੂੰ ਵੀ ਆਨ ਦਬੋਚੇ, ਕਿਉਂਕਿ ਇਹ ਚੀਤੇ ਤੋਂ ਨਹੀਂ ਡਰਦਾ, ਇਹ ਸ਼ੇਰ ਤੋਂ ਨਹੀਂ ਡਰਦਾ। ਜਿਹੜਾ ਉਹ ਤੋਂ ਡਰਦਾ ਹੈ ਉਹ ਤਾਂ ਫਿਰ ਬਹੁਤ ਕੋਈ ਖੂੰਖਾਰ ਚੀਜ਼ ਹੋਵੇਗੀ। ਕੋਈ ਨਹੀਂ, ਜੇ ਮੌਸਮ ਖਰਾਬ ਹੈ, ਮੌਸਮ ਮਾੜਾ ਹੈ, ਕੋਈ ਗੱਲ ਨਹੀਂ, ਠੀਕ ਤਾਂ ਰਹੂੰਗਾ ਉਹਦੇ 'ਚ, ਮੇਰੀ ਸਿਹਤ ਦਾ ਤਾਂ ਕੋਈ ਨੁਕਸਾਨ ਨਹੀਂ। ਤੇ ਜੇ ਮੈਂ ਇੱਥੇ ਲੁੱਕ ਕੇ ਬੈਠਾ ਰਿਹਾ ਤੇ ਹੋ ਸਕਦਾ ਚੂਹਾ ਮੈਨੂੰ ਚੁੱਕ ਕੇ ਲੈ ਜਾਵੇ। ਉਹ ਆਪਣੇ ਮਨ ਦੇ ਨਾਲ ਵਿਚਾਰ ਵਟਾਂਦਰਾ ਜੇ ਕਰ ਹੀ ਰਿਹਾ ਹੁੰਦਾ ਕਿ ਉੱਧਰ ਬੈਠਾ ਉਹ ਗਰੀਬ ਕਿਸਾਨ ਹੋਰ ਗੱਲ ਸੋਚਦਾ ਕਿ ਮੈਂ ਇਸ ਤਰੀਕੇ ਨਾਲ ਜੇ ਡਰਦਾ ਰਿਹਾ ਇਸ ਚੂਹੇ ਤੋਂ, ਇਸ ਟਪਕੇ ਤੋਂ, ਤੇ ਮੇਰੀ ਹੋ ਸਕਦਾ ਹੈ ਕਿ ਕੋਈ ਨਾ ਕੋਈ ਨਸ ਪਾਟ ਜਾਵੇ। ਇਸ ਤੋਂ ਬਿਹਤਰ ਇਹ ਹੋਵੇਗਾ ਕਿ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਚਲੇ ਜਾਵਾਂ। ਫਿਰ ਸੋਚਦਾ ਹੈ ਕਿ ਰਿਸ਼ਤੇਦਾਰ ਦਾ ਘਰ ਤਾਂ ਬਹੁਤ ਦੂਰ ਹੈ। ਨਾਲ ਦੀ ਨਾਲ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਕੋਈ ਗੱਲ ਨਹੀਂ, ਇਹ ਗਧੇ ਕਿੱਦਣ ਕੰਮ ਆਉਣਗੇ। ਕਿਸੇ ਇੱਕ ਗਧੇ ਦੇ ਉੱਪਰ ਸਵਾਰ ਹੋ ਕੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਿਆ ਜਾਂਦਾ। 2-4 ਘੰਟੇ ਲੱਗ ਜਾਣਗੇ ਪਰ ਪਹੁੰਚ ਜਾਊਂਗਾ। ਰਾਤ ਨੂੰ ਸੁੱਖ ਦੀ ਨੀਂਦ ਸੌਂਗਾ, ਉੱਥੇ ਜਾ ਕੇ ਭੋਜਨ ਕਰ ਲੂੰਗਾ। ਆਪਣੇ ਮਨ ਦੇ ਨਾਲ ਵਿਚਾਰ ਵਟਾਂਦਰੇ ਕਰਦਾ ਹੋਇਆ ਉਹ ਆਪਣੇ ਗਧਿਆਂ ਵਾਲੇ ਉਸ ਕਮਰੇ ਦੇ ਵਿੱਚ ਜਾ ਵੜਦਾ ਹੈ। ਉਹ ਵੀ ਪਹਿਲਾਂ ਤੋਂ ਹਲਕਾ ਕਿਸੇ ਕਿਨਾਰੇ ਤੋਂ ਚੋਰਿਆ ਹੁੰਦਾ। ਰਾਤ ਦਾ ਹਨੇਰਾ ਹੋਣ ਕਰਕੇ ਉਸ ਨੂੰ ਪਤਾ ਨਹੀਂ ਲੱਗਦਾ ਤੇ ਉਹ ਗਧੇ ਤੇ ਸਵਾਰ ਹੋਣ ਦੀ ਥਾਂ ਤੇ ਉਸ ਸ਼ੇਰ ਤੇ ਸਵਾਰ ਹੋ ਜਾਂਦਾ।
ਦੋਵੇਂ ਉਸਦੇ ਕੰਨ ਫੜ ਲੈਂਦਾ ਹੈ ਤੇ ਉਸ ਨੂੰ ਖਿੱਚ ਕੇ ਅੱਡੀ ਮਾਰਦਾ ਹੈ। ਸ਼ੇਰ ਸੋਚਦਾ ਹੈ ਕਿ ਮੇਰੇ ਨਾਲ ਉਹੀ ਹੋ ਗਿਆ ਜਿਸ ਤੋਂ ਮੈਂ ਡਰ ਰਿਹਾ ਸੀ। ਮੈਂ ਡਰ ਰਿਹਾ ਸੀ ਕਿ ਕਿਤੇ ਚੂਹਾ ਆ ਨਾ ਜਾਵੇ, ਪਰ ਇਹ ਤਾਂ ਮੇਰੇ ਤੇ ਸਵਾਰ ਹੀ ਹੋ ਗਿਆ। ਇਸ ਨੇ ਆ ਕੇ ਮੇਰੇ ਕੰਨ ਫੜ ਲਏ। ਹੁਣ ਮੈਂ ਕੁਝ ਨਹੀਂ ਕਰ ਸਕਦਾ। ਭੱਜਣਾ ਸ਼ੁਰੂ ਕਰ ਦਿੰਦਾ। ਉੱਪਰ ਬੈਠਾ ਉਸ ਦੇ ਕੰਨ ਮਰੋੜ ਰਿਹਾ ਹੁੰਦਾ ਹੈ ਕਿ ਇੱਧਰ ਨੂੰ ਚੱਲ, ਇੱਧਰ ਨੂੰ ਚੱਲ, ਤੇ ਸ਼ੇਰ ਜਿਵੇਂ ਉਹ ਕਹਿ ਰਿਹਾ ਹੁੰਦਾ ਉਹਦੇ ਆਖੇ ਲੱਗ ਕੇ ਉਸੇ ਦਿਸ਼ਾ ਦੇ ਵੱਲ ਭੱਜ ਰਿਹਾ ਹੁੰਦਾ। ਨਾਲ ਨਾਲ ਉਹ ਪ੍ਰਮਾਤਮਾ ਦੇ ਅੱਗੇ ਦੁਆਵਾਂ ਕਰਦਾ ਹੈ ਕਿ ਹੇ ਪ੍ਰਮਾਤਮਾ, ਮੈਨੂੰ ਅੱਜ ਬਚਾ ਲੈ। ਅੱਜ ਮੇਰੇ ਤੋਂ ਵੱਡੀ ਗਲਤੀ ਹੋ ਗਈ ਹੈ ਕਿ ਮੈਂ ਕਿਸੇ ਇਨਸਾਨ ਦੇ ਘਰ ਆ ਵੜਿਆ। ਅੱਗੇ ਤੋਂ ਮੈਂ ਇਹ ਸਾਰੇ ਕੰਮ ਹੀ ਛੱਡ ਦਿਆਂਗਾ। ਮੈਂ ਮਾਸ ਖਾਣਾ ਛੱਡ ਦਿਆਂਗਾ, ਪਰ ਅੱਜ ਮੇਰੀ ਜਾਨ ਬਚਾ ਲੈ। ਤੇ ਉਧਰ ਉਹ ਬੰਦਾ ਇਹ ਸੋਚ ਰਿਹਾ ਹੁੰਦਾ ਹੈ ਕਿ ਚਲੋ ਮੀਂਹ ਤਾਂ ਹੁਣ ਪੈਣ ਲੱਗ ਪਿਆ, ਜਾਨ ਬਚੀ, ਘਰ ਨੂੰ ਆ ਕੇ ਵੇਖ ਲਵਾਂਗਾ, ਅੱਜ ਦੀ ਰਾਤ ਮੈਂ ਸੁੱਖ ਦੀ ਬਿਤਾ ਆਵਾਂ। ਸਾਰੀ ਰਾਤ ਉਸ ਨੂੰ ਭਜਾਉਂਦਿਆਂ ਉਸ ਦੀ ਲੰਘ ਜਾਂਦੀ ਹੈ। ਜਦੋਂ ਦਿਨ ਦਾ ਚੜ੍ਹਾਅ ਹੁੰਦਾ ਨਾ ਤਾਂ ਦੇਖਦਾ ਕਿ ਲੋਕ ਮੈਨੂੰ ਬੜਾ ਹੈਰਾਨ ਹੋ ਕੇ ਦੇਖਦੇ ਨੇ। ਲੋਕ ਉਸ ਨੂੰ ਹੈਰਾਨ ਹੋ ਕੇ ਇਸ ਲਈ ਦੇਖ ਰਹੇ ਹੁੰਦੇ ਆ ਕਿ ਐਸਾ ਮਨੁੱਖ, ਐਸਾ ਬਹਾਦਰ ਆਦਮੀ ਪਹਿਲੀ ਵਾਰ ਦੇਖਿਆ ਜਿਹੜਾ ਸ਼ੇਰ ਦੀ ਸਵਾਰੀ ਕਰ ਰਿਹਾ। ਹੁਣ ਸ਼ੇਰ ਅਜੇ ਵੀ ਮਨ ਦੇ ਵਿੱਚ ਇਹੀ ਇੱਕੋ ਗੱਲ ਧਿਆ ਰਿਹਾ ਹੁੰਦਾ ਕਿ ਮੇਰੀ ਕਿਸੇ ਨਾ ਕਿਸੇ ਬਹਾਨੇ ਜਾਨ ਛੁੱਟ ਜਾਵੇ, ਮੈਂ ਬਚ ਜਾਵਾਂ। ਇਹ ਬੰਦਾ ਜਦੋਂ ਵਾਰੀ-ਵਾਰੀ ਦੇਖਦਾ ਕਿ ਲੋਕ ਮੈਨੂੰ ਦੇਖ ਰਹੇ ਨੇ, ਹੈਰਾਨ ਹੋ ਕੇ ਦੇਖਾਂ ਤਾਂ ਸਹੀ ਕੀ ਹੈ, ਜਦੋਂ ਦੇਖਦਾ ਕਿ ਮੈਂ ਕੰਨ ਕਿਸ ਚੀਜ਼ ਦੇ ਫੜੇ ਹੁੰਦੇ ਨੇ, ਇਹ ਖੁਦ ਡਰ ਵਿੱਚ ਕੰਬਣ ਲੱਗਦਾ ਕਿ ਮੈਂ ਤੇ ਇੱਕ ਸ਼ੇਰ ਦੀ ਸਵਾਰੀ ਕਰ ਰਿਹਾ। ਜਦੋਂ ਜੰਗਲ ਦੇ ਵਿੱਚ ਸ਼ੇਰ ਵੜ ਰਿਹਾ ਹੁੰਦਾ ਅਗਲੇ ਪਿੰਡ ਦੇ ਵਿੱਚ ਵੜਨ ਦੇ ਲਈ, ਤੇ ਉਦੋਂ ਇਹ ਭੱਜ ਕੇ ਇੱਕ ਬਰਗਦ ਦੇ ਬੂਟੇ ਤੇ ਇੱਕ ਬੋਹੜ ਦੇ ਦਰਖਤ ਤੇ ਛਾਲ ਮਾਰ ਦਿੰਦਾ। ਸ਼ੇਰ ਭੱਜ ਕੇ ਜਾ ਕੇ ਆਪਣੀ ਜਾਨ ਬਚਾਉਂਦਾ, ਪਰ ਅਗਲੇ ਕਈ ਮਿੰਟ ਉਹ ਰੁਕਦਾ ਨਹੀਂ। ਉਹਨੂੰ ਇਹ ਹੁੰਦਾ ਹੈ ਕਿ ਇਹ ਚੂਹਾ ਮੇਰੇ ਤੇ ਫੇਰ ਆ ਕੇ ਸਵਾਰ ਨਾ ਹੋ ਜਾਵੇ। ਉਧਰ ਜੰਗਲੀ ਜੀਵ ਸ਼ੇਰ ਤੋਂ ਪੁੱਛਦੇ ਨੇ ਕਿ ਭਾਈ ਤੇਰੇ ਨਾਲ ਕੀ ਵਾਪਰਿਆ, ਤੂੰ ਇਹੋ ਜਿਹਾ ਕੀ ਦੇਖ ਲਿਆ, ਇਹੋ ਜਿਹਾ ਤੇਰੇ ਨਾਲ ਕੀ ਹੋ ਗਿਆ ਕਿ ਤੈਨੂੰ ਸਾਹ ਚੜਿਆ ਹੋਇਆ, ਤੇਰੇ ਤਾਂ ਬੁਰੇ ਹਾਲ ਨੇ, ਬੁਰੀ ਤਰ੍ਹਾਂ ਡਰਿਆ ਹੋਇਆ ਲੱਗ ਰਿਹਾ। ਤਾਂ ਸ਼ੇਰ ਉਹਨਾਂ ਨੂੰ ਦੱਸਦਾ ਕਿ ਇਸ ਤਰ੍ਹਾਂ ਮੈਂ ਅੱਜ ਇੱਕ ਬਹੁਤ ਭਿਆਨਕ ਜੀਵ ਤੋਂ ਬਚ ਕੇ ਆਇਆ ਹਾਂ। ਮੇਰੀ ਸਵਾਰੀ ਕਰ ਰਿਹਾ ਸੀ, ਪਤਾ ਨਹੀਂ ਪਰਮਾਤਮਾ ਨੇ ਮੈਨੂੰ ਕਿਉਂ ਰੱਖ ਲਿਆ, ਕਿਵੇਂ ਮੈਂ ਬਚ ਕੇ ਇੱਥੋਂ ਤੱਕ ਪਹੁੰਚ ਗਿਆ। ਸਾਰੇ ਹੈਰਾਨ ਹੁੰਦੇ ਨੇ, ਤੂੰ ਤੇ ਜੰਗਲ ਦਾ ਰਾਜਾ, ਤੈਨੂੰ ਕਿਸ ਚੀਜ਼ ਦਾ ਡਰ। ਤਾਂ ਉਹਨਾਂ ਨੂੰ ਦੱਸਣ ਲੱਗਦਾ ਕਿ ਇੱਕ ਵਿਸ਼ਾਲ ਆਕਾਰ ਦਾ ਜੀਵ ਸੀ ਜਿਸ ਨੇ ਆ ਕੇ ਮੇਰੇ ਕੰਨ ਫੜ ਲਏ। ਪਤਾ ਨਹੀਂ ਕਿੱਡਾ ਕੁ ਵੱਡਾ ਉਹ ਜੀਵ ਸੀ, ਬਸ ਮੈਨੂੰ ਤਾਂ ਇੰਨਾ ਪਤਾ ਹੈ ਕਿ ਉਹ ਮੈਨੂੰ ਭਜਾਈ ਆਇਆ ਤੇ ਮੈਂ ਸਾਰੀ ਰਾਤ ਭੱਜ ਕੇ ਬਚਿਆ। ਆਖਰਕਾਰ ਮੈਨੂੰ ਪਰਮਾਤਮਾ ਨੇ ਰੱਖ ਲਿਆ। ਉਧਰ ਉਹ ਇਨਸਾਨ ਜਿਹੜਾ ਇਸ ਵੇਲੇ ਬੋਹੜ ਦੇ ਦਰਖਤ ਦੇ ਉੱਤੇ ਚੜ੍ਹ ਕੇ ਬੈਠਾ ਸੀ, ਉਹ ਖੁਦ ਦੇ ਨਾਲ ਵਿਚਾਰ ਵਿਮਰਸ਼ ਕਰ ਰਿਹਾ ਸੀ ਕਿ ਜੇ ਮੈਂ ਸ਼ੇਰ ਦੀ ਸਵਾਰੀ ਕਰ ਸਕਦਾ, ਜੇ ਮੈਨੂੰ ਇੱਕ ਸ਼ੇਰ ਨੇ ਕੁਛ ਨਹੀਂ ਆਖਿਆ, ਤਾਂ ਮੈਂ ਪਾਣੀ ਤੋਂ ਡਰ ਗਿਆ। ਇਸੇ ਪਾਣੀ ਦੇ ਵਿੱਚ ਤਾਂ ਮੈਂ ਸਾਰੀ ਰਾਤ ਭਿੱਜਦਾ ਰਿਹਾ। ਮੈਂ ਅੰਦਰ ਬੈਠਾ ਡਰ ਰਿਹਾ ਸੀ ਜਿੱਥੇ ਪਾਣੀ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਆ ਰਿਹਾ ਸੀ, ਤੇ ਮੈਂ ਸ਼ੇਰ ਦੇ ਉੱਤੇ ਬੈਠਾ ਜਦੋਂ ਅੰਨ੍ਹੇਵਾਹ ਮੇਰੇ ਤੇ ਮੀਂਹ ਵਰ ਰਿਹਾ ਸੀ। ਉੱਤੋਂ ਕੁਦਰਤ ਦਾ ਕਹਿਰ ਸੀ ਤੇ ਹੇਠਾਂ ਮੇਰੇ ਸ਼ੇਰ ਸੀ, ਦੋਵਾਂ ਪਾਸਿਓਂ ਜਾਨ ਜਾ ਸਕਦੀ ਸੀ। ਉਦੋਂ ਤਾਂ ਮੈਂ ਡਰਿਆ ਨਹੀਂ, ਉਦੋਂ ਤਾਂ ਮੈਨੂੰ ਆਨੰਦ ਆ ਰਿਹਾ ਸੀ। ਫਿਰ ਮੈਂ ਉੱਥੇ ਬੈਠਾ ਲਗਾਤਾਰ ਚਿੰਤਾ ਕਿਉਂ ਕਰ ਰਿਹਾ ਸੀ। ਉਸਦੇ ਮਨ ਨੂੰ ਇੱਕ ਗੱਲ ਸਮਝ ਆ ਗਈ ਕਿ ਇਹ ਇੱਕ ਛੋਟਾ ਜਿਹਾ ਡਰ ਸੀ। ਮੈਂ ਤੇ ਐਡਾ ਵੱਡਾ ਡਰ ਜਿਹਨੂੰ ਲੋਕ ਡਰ ਸਮਝਦੇ ਨੇ, ਉਹਦੀ ਸਵਾਰੀ ਕਰ ਲਈ, ਫਿਰ ਉਹ ਛੋਟਾ ਜਿਹਾ ਚੂਹਾ ਮੇਰਾ ਕੀ ਵਿਗਾੜ ਸਕਦਾ ਹੈ। ਸੋ ਇਸ ਕਿੱਸੇ ਤੋਂ ਸਾਨੂੰ ਸਿੱਖਿਆ ਕੀ ਲੈਣੀ ਚਾਹੀਦੀ ਹੈ। ਬਹੁਤੀ ਵਾਰ ਕੀ ਹੁੰਦਾ ਕਿ ਸਾਡੇ ਮਨਾਂ ਦੇ ਵਿੱਚ ਛੋਟੇ ਛੋਟੇ ਡਰ ਹੁੰਦੇ ਨੇ। ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਸਾਹਮਣਾ ਕਿਸੇ ਐਸੀ ਵੱਡੀ ਜਾਂ ਭਿਆਨਕ ਚੀਜ਼ ਦੇ ਨਾਲ ਹੋ ਜਾਂਦਾ ਕਿ ਉਦੋਂ ਸਾਡੇ ਸਾਰੇ ਡਰ ਨਿਕਲ ਜਾਂਦੇ ਨੇ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਾਡੇ ਮਨ ਦੇ ਛੋਟੇ ਛੋਟੇ ਡਰ ਸਾਨੂੰ ਆਪ ਹੀ ਕੱਢ ਕੇ ਦੂਰ ਕਰ ਦੇਣੇ ਚਾਹੀਦੇ ਨੇ। ਅੰਗਰੇਜ਼ਾਂ ਦੀ ਇੱਕ ਕਹਾਵਤ ਹੈ ਕਿ ਜਿਹੜੀ ਚੀਜ਼ ਤੋਂ ਤੁਹਾਨੂੰ ਸਭ ਤੋਂ ਵੱਧ ਡਰ ਲੱਗਦਾ ਨਾ, ਉਸ ਨੂੰ ਸਭ ਤੋਂ ਵੱਧ ਫੇਸ ਕਰੋ। ਜਦੋਂ ਅਸੀਂ ਆਪਣੇ ਡਰ ਨੂੰ ਖੁੱਲੀਆਂ ਅੱਖਾਂ ਦੇ ਨਾਲ ਫੇਸ ਕਰਦੇ ਹਾਂ ਤੇ ਡਰ ਆਪੇ ਨਿਕਲ ਜਾਂਦਾ। ਤੇ ਇਹ ਡਰ ਸਾਡੀ ਜ਼ਿੰਦਗੀ ਦੀ ਤਰੱਕੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਐਸਾ ਕੋਈ ਵੀ ਚੀਜ਼ ਹੈ ਜਿਹੜੀ ਉਹ ਇਨਸਾਨ ਦੇ ਅੱਗੇ ਨਹੀਂ ਟਿਕ ਸਕਦੀ। ਜੇ ਇੱਕ ਇਨਸਾਨ ਇੱਕ ਚੀਜ਼ ਨੂੰ ਠਾਣ ਲਵੇ ਕਿ ਮੈਂ ਆਹ ਕੰਮ ਕਰਨਾ ਹੈ, ਪਰਮਾਤਮਾ ਦੇ ਉੱਤੇ ਭਰੋਸਾ ਰੱਖੇ, ਉਹ ਜਿਹੜਾ ਕੰਮ ਉਸਨੇ ਮਿੱਥਿਆ ਹੋਇਆ, ਉਸਦਾ ਟੀਚਾ ਹੈ, ਉਹ ਬਹੁਤ ਜਲਦੀ ਸਰ ਕਰ ਲਵੇਗਾ। ਪਰ ਸ਼ਰਤ ਇੱਕੋ ਹੈ ਕਿ ਉਹਦੇ ਮਨ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ।